So students, today we are going to begin with very important topic, that is mechanism of muscle contraction, sliding filament theory. ਸਾਡੀਆਂ ਮਸਲਸ ਜਿਹੜੀਆਂ ਕੰਟਰੈਕਟ ਕਰਦੀਆਂ ਨੇ ਬਿਕੋਜ਼ ਸਾਡੀ ਮਸਲ ਦੀ ਕੰਟਰੈਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਤੁਹਾਡੀ ਜਿੰਨੀਆਂ ਵੀ ਮੂਵਮੈਂਟਸ ਨੇ ਡੇਲੀ ਦੀਆਂ, ਤੁਹਾਡਾ ਹੱਥ ਹਿਲ ਰਹੇ ਨੇ, ਈਵਨ ਅਸੀਂ ਬੋਲ ਰਹੇ ਹਾਂ, ਈਵਨ ਅਸੀਂ ਸਮਾਈਲ ਕਰ ਰਹੇ ਹਾਂ, ਈਵਨ ਵੈਨ ਵੀ ਵੈਨ ਵੀ ਡੂ ਲੋਕੋਮੋਸ਼ਨ, ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੋਕੋਮੋਟਰੀ ਮੂਵਮੈਂਟਸ ਕਰਦੇ ਹਾਂ, ਸਾਰੀਆਂ ਮੂਵਮੈਂਟਸ ਦੇ ਲਈ ਸਾਡੀ ਮਸਲਸ ਦੀ ਕੰਟਰੈਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਮਸਲਸ ਹੈਲਪ ਕਰਦੀਆਂ ਨੇ। ਸੋ ਅੱਜ ਅਸੀਂ ਪੜ੍ਹਨਾ ਹੈ ਮੈਕੈਨਿਜ਼ਮ ਆਫ ਮਸਲ ਕੰਟਰੈਕਸ਼ਨ, ਜਿਹਦੀ ਇੱਕ ਬੜੀ ਇੰਪੋਰਟੈਂਟ ਥਿਊਰੀ ਹੈ ਸਲਾਈਡਿੰਗ ਫਿਲਾਮੈਂਟ ਥਿਊਰੀ। ਬੇਟਾ ਸਲਾਈਡਿੰਗ ਫਿਲਾਮੈਂਟ ਥਿਊਰੀ 2 ਟੀਮਸ ਆਫ ਸਾਇੰਟਿਸਟ ਦੁਆਰਾ ਪ੍ਰਪੋਜ਼ ਕੀਤੀ ਗਈ ਸੀ। ਵਨ ਟੀਮ ਵਾਜ਼ ਹੈਡਡ ਬਾਏ A.F. ਹਗਜ਼ਲੇ, ਅਦਰ ਟੀਮ ਵਾਜ਼ ਹੈਡਡ ਬਾਏ H.E. ਹਗਜ਼ਲੇ ਐਂਡ J. ਹੈਂਸਨ। ਸੋ ਇਹਨਾਂ ਦੋਨਾਂ ਟੀਮਸ ਨੇ ਸਲਾਈਡਿੰਗ ਫਿਲਾਮੈਂਟ ਥਿਊਰੀ ਪ੍ਰਪੋਜ਼ ਕੀਤੀ। ਸੋ ਬਿਫੋਰ ਮੈਂ ਸਲਾਈਡਿੰਗ ਫਿਲਾਮੈਂਟ ਥਿਊਰੀ ਵੱਲ ਵਧਾਂ, ਉਸ ਤੋਂ ਪਹਿਲਾਂ ਜਿਹੜਾ ਕਿ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਮਸਲ ਜਿਹੜਾ ਫਾਈਬਰ ਹੈ ਸਾਡਾ, ਸਾਨੂੰ ਪਤਾ ਹੈ ਸਾਡੀ ਜਿਹੜੀ ਮਸਲਸ ਹੁੰਦੀਆਂ ਨੇ ਉਹਦੇ 'ਚ ਬਹੁਤ ਸਾਰੇ ਮਸਲ ਫਾਈਬਰ ਹੁੰਦੇ ਆ, ਅਤੇ ਇੱਕ ਮਸਲ ਫਾਈਬਰ ਦੇ ਅੰਦਰ ਪੈਰਲਰਲੀ ਅਰੇਂਜ ਬਹੁਤ ਸਾਰੇ ਮਾਇਓਫਿਬਰਿਲਸ ਹੁੰਦੇ ਆ, ਰਾਈਟ। ਅਸੀਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ ਜੀ। ਸੋ ਜਦੋਂ ਅਸੀਂ ਡਿਟੇਲਡ ਸਟਰਕਚਰ ਅਸੀਂ ਇਹਦਾ ਡਿਸਕਸ ਕਰ ਚੁੱਕੇ, ਇੱਥੇ ਅਸੀਂ ਇੱਕ ਵਾਰੀ ਦੇਖ ਲੈਂਦੇ ਹਾਂ। ਸਾਡੇ ਮਸਲ ਫਾਈਬਰ ਦੇ ਵਿੱਚ ਜਾਂ ਤੁਸੀਂ ਕਹਿ ਲਓ ਇੱਕ ਮਾਇਓਫਿਬਰਿਲ ਦੇ ਵਿੱਚ, ਜਦੋਂ ਅਸੀਂ ਉਹਨੂੰ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖਦੇ ਹਾਂ, ਡਾਰਕ ਐਂਡ ਲਾਈਟ ਬੈਂਡ ਸਾਨੂੰ ਦਿਖਾਈ ਦਿੰਦੇ ਨੇ, ਠੀਕ ਹੈ। ਸਾਡੇ ਜਿਹੜੇ ਲਾਈਟ ਬੈਂਡ ਨੇ, ਆਈ ਬੈਂਡ, ਜਿਹੜੇ ਕਿ ਐਕਟਿਨ ਪ੍ਰੋਟੀਨ ਦੇ ਬਣੇ ਆ, ਉਹਨੂੰ ਐਕਟਿਨ ਫਿਲਾਮੈਂਟ ਕਹਿੰਦੇ ਆ, ਅਤੇ ਡਾਰਕ ਵਾਲੇ ਮਾਇਓਸਿਨ ਪ੍ਰੋਟੀਨ ਦੇ ਬਣੇ ਆ, ਏ ਬੈਂਡ, ਐਨ ਆਈਸੋਟ੍ਰੋਪਿਕ ਬੈਂਡ ਵਿਚ ਇਜ਼ ਮੇਡ ਅਪ ਆਫ ਮਾਇਓਸਿਨ ਪ੍ਰੋਟੀਨ ਐਂਡ ਇਟ ਇਜ਼ ਕਾਲਡ ਐਜ਼ ਮਾਇਓਸਿਨ ਫਿਲਾਮੈਂਟ। ਅਸੀਂ ਦੇਖਦੇ ਹਾਂ ਕਿ ਇਸ ਮਸਲ ਫਾਈਬਰ ਦੇ ਅੰਦਰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਜਿਹੜਾ ਸਾਡੇ ਕੋਲ 2 ਤਰ੍ਹਾਂ ਦੇ ਮੈਨੂੰ ਫਿਲਾਮੈਂਟ ਦਿਖ ਰਹੇ। ਇੱਕ ਸੈਂਟਰ 'ਚ ਤੁਹਾਨੂੰ ਥਿਕ ਫਿਲਾਮੈਂਟ ਦਿਖਾਈ ਦੇ ਰਹੇ ਨੇ, ਇਸ ਇੱਕ ਮਾਇਓਫਿਬਰਿਲ ਦੇ ਵਿੱਚ ਸਾਨੂੰ ਥਿਕ ਫਿਲਾਮੈਂਟ ਦਿਖਾਈ ਦੇ ਰਹੇ ਵਿਚ ਇਜ਼ ਕਾਲਡ ਐਜ਼ ਮਾਇਓਸਿਨ, ਐਂਡ ਥਿਨ ਪਤਲੇ ਜਿਹੜੇ ਫਿਲਾਮੈਂਟ ਦਿਖਾ ਰਹੇ ਐਕਟਿਨ। ਆ ਜਿਹੜੀ ਮਸਲ ਫਾਈਬਰ ਦੀ ਬਾਹਰਲੀ ਮੈਂਬਰੇਨ ਹੁੰਦੀ, ਇਟ ਇਜ਼ ਕਾਲਡ ਐਜ਼ ਸਾਰਕੋਲੈਮਾ। ਬਹੁਤ ਸਾਰੇ ਨਿਊਕਲੀਅਸ ਨੇ, ਬਹੁਤ ਸਾਰੇ ਸਾਰਕੋਪਲਾਜ਼ਮਿਕ ਰੈਟੀਕੂਲਮ, ਮੈਂ ਇੱਕ ਹੀ ਡਰਾ ਕੀਤਾ ਬਟ ਇਟ ਇਜ਼ ਪ੍ਰੈਜੈਂਟ ਆਲ ਓਵਰ ਦਾ ਮਸਲ ਫਾਈਬਰ। ਸੋ ਸਾਰਕੋਪਲਾਜ਼ਮਿਕ ਰੈਟੀਕੂਲਮ ਵਿਚ ਇਜ਼ ਦਾ ਰਿਜ਼ਰਵੋਇਰ ਆਫ ਕੈਲਸ਼ੀਅਮ। ਇਹ ਗੱਲ ਯਾਦ ਰੱਖਣੀ। ਅਸੀਂ ਹੁਣ ਸਲਾਈਡਿੰਗ ਫਿਲਾਮੈਂਟ ਥਿਊਰੀ ਸਟਾਰਟ ਕਰਨ ਜਾ ਰਹੇ, ਉੱਥੇ ਸਾਨੂੰ ਪਤਾ ਲੱਗੇਗਾ ਕਿ ਇਸ ਕੈਲਸ਼ੀਅਮ ਦਾ ਕੰਮ ਕੀ ਹੈ, ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਦੈਨ ਸਾਡੇ ਕੋਲ ਏ ਬੈਂਡ, ਆਈ ਬੈਂਡ, ਅਤੇ ਇਹ ਜਿਹੜਾ ਜ਼ੋਨ ਹੈ ਮਾਇਓਸਿਨ ਦਾ, ਜਿਹਦੇ 'ਤੇ ਐਕਟਿਨ ਫਿਲਾਮੈਂਟ ਓਵਰਲੈਪ ਨਹੀਂ ਕੀਤੇ, ਐਚ ਜ਼ੋਨ। ਪੂਰਾ ਦੇਖੋ ਇੱਕ ਵਾਰੀ ਫਿਰ ਮੈਂ ਦੱਸਦੀ ਹਾਂ, ਜਿਹੜਾ ਪੂਰਾ ਮਾਇਓਸਿਨ ਫਿਲਾਮੈਂਟ ਵਾਲਾ ਬੈਂਡ ਹੈ, ਏ ਬੈਂਡ ਹੈ, ਔਰ ਇੱਥੇ ਕੁਛ ਪਾਰਟ ਜਿਹੜਾ ਐਕਟਿਨ ਫਿਲਾਮੈਂਟ ਉੱਪਰ ਆਏ ਹੋਏ, ਓਵਰਲੈਪ ਕੀਤੇ ਹੋਏ। ਲੇਕਿਨ ਜੇ ਅਸੀਂ ਓਵਰਲੈਪਿੰਗ ਵਾਲਾ ਪਾਰਟ ਛੱਡ ਦਈਏ ਤਾਂ ਮਾਇਓਸਿਨ ਦਾ ਉਹ ਪਾਰਟ ਜਿਹੜਾ ਇਕੱਲਾ ਹੈ, ਜਿਹਦੇ 'ਤੇ ਐਕਟਿਨ ਓਵਰਲੈਪ ਨਹੀਂ ਕੀਤੇ, ਦੈਟ ਪਾਰਟ ਇਜ਼ ਕਾਲਡ ਐਜ਼ ਐਚ ਜ਼ੋਨ, ਹੈਂਸਨਸ ਜ਼ੋਨ, ਠੀਕ ਹੈ। ਫਿਰ ਸਾਡੇ ਜਿਹੜੇ ਐਕਟਿਨ ਫਿਲਾਮੈਂਟ ਨੇ ਉਹਨੂੰ ਬਾਈਸੈਕਟ ਕਰਦੀ ਹੈ ਜ਼ੈਡ ਲਾਈਨ। ਜਿਹੜੇ ਸਾਡਾ ਮਾਇਓਸਿਨ ਦੇ ਫਿਲਾਮੈਂਟ ਨੇ, ਅਸੀਂ ਪੜ੍ਹਿਆ ਉਹਦੀਆਂ ਟੇਲਸ ਨੂੰ ਜੋੜਦੀ ਹੈ, ਉਹਦੇ ਵਿੱਚ ਇੱਕ ਲਾਈਨ ਹੈ, ਐਮ ਲਾਈਨ, ਇੱਕ ਮੈਂਬਰੇਨ ਹੈ ਮੇਡ ਅਪ ਆਫ ਮਾਇਓਮੈਸਿਨ, ਠੀਕ ਹੈ। ਸੋ ਇਹ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਜਦੋਂ ਅਸੀਂ ਮਾਇਓਫਿਬਰਿਲ ਦਾ ਇੰਟਰਨਲ ਸਟਰਕਚਰ ਜਿਹੜਾ ਉਹ ਸਟੱਡੀ ਕਰਦੇ ਹਾਂ। ਫਿਰ ਅਸੀਂ ਕਰਦੇ ਹਾਂ ਡਿਸਟੈਂਸ ਬਿਟਵੀਨ ਦਾ 2 ਜ਼ੈਡ ਲਾਈਨਸ ਆਰ ਇਜ਼ ਕਾਲਡ ਐਜ਼ ਸਾਰਕੋਮੀਅਰ। ਅਤੇ ਅੱਜ ਮੈਂ ਤੁਹਾਨੂੰ ਦੱਸੂਗੀ ਇਹਨੂੰ ਸਟਰਕਚਰਲ, ਫੰਕਸ਼ਨਲ ਅਤੇ ਕੰਟਰੈਕਟਾਈਲ ਯੂਨਿਟ ਕਿਉਂ ਕਹਿੰਦੇ ਆ। ਅਸੀਂ ਬੜੇ ਇੰਪੋਰਟੈਂਟ ਤਰੀਕੇ ਨਾਲ ਇੱਥੇ ਡਿਸਕਸ ਕਰਾਂਗੇ ਕਿਵੇਂ ਕੰਟਰੈਕਟਾਈਲ ਯੂਨਿਟ ਕਰਦੇ ਆ। ਇੱਕ ਅਸੀਂ ਟੀ ਟਿਬਿਊਲ ਪੜ੍ਹਿਆ ਸੀ, ਸਾਰਕੋਲੈਮਾ ਤੋਂ ਇੱਕ ਇਨਫੋਲਡਸ ਔਰ ਤੁਸੀਂ ਕਹਿ ਲਓ ਇਨਵੈਜੀਨੇਸ਼ਨਸ, ਜਿਹੜੀਆਂ ਜ਼ੈਡ ਲਾਈਨ ਦੇ ਦੋਨੋਂ ਤਰਫ ਅੱਗੇ ਵੱਲ ਨੂੰ ਪ੍ਰੈਜੈਂਟ ਹੈ, ਰਨ ਕਰ ਰਹੀਆਂ ਨੇ, ਟੀ ਟਿਬਿਊਲਸ, ਜਿਹੜੇ ਜਦੋਂ ਸਾਨੂੰ ਨਰਵਸ ਤੁਸੀਂ ਕਹਿ ਲਓ ਸਿਸਟਮ ਤੋਂ ਸਿਗਨਲ ਆਉਂਦਾ, ਇਹ ਅੱਗੇ ਵੱਲ ਨੂੰ ਟਰਾਂਸਫਰ ਕਰਦੀਆਂ। ਸਾਡੀਆਂ ਜਦੋਂ ਮਸਲ ਕੰਟਰੈਕਟ ਕਰਦੀਆਂ ਨੇ ਨਾ, ਤਾਂ ਸਾਨੂੰ ਸੈਂਟਰਲ ਨਰਵਸ ਸਿਸਟਮ, ਬ੍ਰੇਨ, ਸਪਾਈਨਲ ਕੋਡ ਤੋਂ ਇੱਕ ਸਿਗਨਲ ਆਉਂਦਾ ਹੈ, ਉਹ ਸਿਗਨਲ ਦੇ ਨਾਲ ਫਿਰ ਮਸਲ ਦੀ ਕੰਟਰੈਕਸ਼ਨ ਸਟਾਰਟ ਹੁੰਦੀ ਹੈ। ਸੋ ਅਸੀਂ ਹੁਣ ਸਟਾਰਟ ਕਰਨ ਜਾ ਰਹੇ ਹਾਂ ਸਲਾਈਡਿੰਗ ਫਿਲਾਮੈਂਟ ਥਿਊਰੀ। ਮੈਂ ਇਹ ਵਾਲੀ ਡਾਇਗਰਾਮ 'ਚ ਵੀ ਦੱਸੂਗੀ ਕਿ ਫਿਲਾਮੈਂਟਸ ਕਿੱਦਾਂ ਸਲਾਈਡ ਕਰਦੇ ਆ। ਪਹਿਲਾਂ ਅਸੀਂ ਥੋੜ੍ਹਾ ਡਿਟੇਲਡ ਸਟੈਪ ਵਾਈਜ਼ ਪ੍ਰੋਸੀਜਰ ਦੇਖ ਲਈਏ, ਸਲਾਈਡਿੰਗ ਫਿਲਾਮੈਂਟ ਥਿਊਰੀ ਕਿਵੇਂ ਚੱਲਦੀ ਹੈ, ਐਂਡ ਫਿਰ ਅਸੀਂ ਡਾਇਗਰਾਮੈਟਿਕਲੀ ਦੇਖਾਂਗੇ। ਸਭ ਤੋਂ ਪਹਿਲਾਂ ਸੈਂਟਰਲ ਨਰਵਸ ਸਿਸਟਮ ਤੋਂ ਇੱਕ ਸਿਗਨਲ ਆਉਂਦਾ, ਆਹ ਸਾਡੀ ਇੱਕ ਨਿਊਰੋਨ ਹੈ, ਨਰਵ ਦਾ ਫਾਈਬਰ ਹੈ, ਨਰਵ ਦੀ ਗੱਲ ਕਰ ਰਹੀ ਹਾਂ।
ਉਹ ਇੱਥੇ ਸਾਨੂੰ ਪਤਾ ਹੈ ਕਿ ਜਦੋਂ ਇੱਕ ਨਰਵ ਫਾਈਬਰ ਨੇ ਇੱਕ ਮਸਲ ਨੂੰ ਸਿਗਨਲ ਦੇਣਾ ਹੁੰਦਾ ਤਾਂ ਪਹਿਲੀ ਗੱਲ ਤਾਂ ਇਸ ਜੰਕਸ਼ਨ ਨੂੰ ਨਰਵ ਤੇ ਮਸਲ ਦੇ ਨਰਵ ਸੈੱਲ ਤੇ ਮਸਲ ਦੇ ਇੱਕ ਇਸ ਜੰਕਸ਼ਨ ਨੂੰ ਨਿਊਰੋਮਸਕੂਲਰ ਜੰਕਸ਼ਨ ਕਹਿੰਦੇ ਆ। ਨਿਊਰੋਮਸਕੂਲਰ ਜੰਕਸ਼ਨ ਤੇ ਨਰਵ ਇੱਕ ਸਿਗਨਲ ਲੈ ਕੇ ਆਉਂਦੀ, ਇੱਕ ਸਟਿਮੂਲਸ ਲੈ ਕੇ ਆਉਂਦੀ ਕੈਮੀਕਲ ਦੀ ਫਾਰਮ ਦੇ ਵਿੱਚ, ਉਹਨੂੰ ਨਿਊਰੋ ਟਰਾਂਸਮਿਟਰ ਕਹਿੰਦੇ ਆ। ਮੀਨਸ ਨਿਊਰੋ ਟਰਾਂਸਮਿਟਰ ਸਿਗਨਲ ਪਹੁੰਚਾਉਂਦੀ ਹੈ ਫਰੋਮ ਨਰਵ ਟੂ ਮਸਲ। ਮਸਲ ਨੂੰ ਸਿਗਨਲ ਮਿਲ ਗਿਆ। ਹੁਣ ਸਿਗਨਲ ਕਿਉਂ ਮਿਲਿਆ? ਸਿਗਨਲ ਇਸ ਕਰਕੇ ਮਿਲਿਆ ਕਿਉਂਕਿ ਮਸਲ ਨੇ ਕੰਟਰੈਕਟ ਕਰਨਾ। ਸੋ ਜਦੋਂ ਹੀ ਨਰਵ ਮਸਲ ਨੂੰ ਇੱਕ ਸਿਗਨਲ ਦਿੰਦੀ ਇਨ ਦਾ ਫਾਰਮ ਆਫ ਦਿਸ ਨਿਊਰੋ ਕੈਮੀਕਲ ਹੈ ਨਿਊਰੋ ਟਰਾਂਸਮਿਟਰ, ਸਿਗਨਲ ਅੱਗੇ ਪਹੁੰਚਾਉਣ ਦੇ ਵਿੱਚ ਹੈਲਪ ਕਰਦਾ। ਅਸੀਂ ਦੇਖਦੇ ਹਾਂ ਹੁਣੇ ਅਸੀਂ ਟੀ ਟਬਿਊਲ ਪੜ੍ਹਿਆ ਸੀ। ਸੋ ਇੱਥੋਂ ਅਸੀਂ ਦੇਖਿਆ ਇੱਥੇ ਬਹੁਤ ਸਾਰੇ ਐਂਡੋਪਲਾਜ਼ਮਿਕ ਰੈਟੀਕੂਲਮ ਨੇ ਜਿਹਨੂੰ ਅਸੀਂ ਸਾਰਕੋਪਲਾਜ਼ਮਿਕ ਰੈਟੀਕੂਲਮ ਕਹਿੰਦੇ ਹਾਂ। ਪੜ੍ਹਿਆ ਨਾ ਅਸੀਂ ਮਸਲ ਫਾਈਬਰ 'ਚ। ਸੋ ਇਟ ਇਜ਼ ਰੈਜ਼ਰਵਾਇਰ ਆਫ ਕੈਲਸ਼ੀਅਮ। ਜਿੱਦਾਂ ਹੀ ਸਿਗਨਲ ਆਉਂਦਾ ਤੇ ਆ ਜਿਹੜੇ ਟੀ ਟਬਿਊਲਸ ਨੇ ਸਿਗਨਲ ਨੂੰ ਅੱਗੇ ਵੱਲ ਨੂੰ ਟਰਾਂਸਫਰ ਕਰਦੇ ਆ, ਕਿਉਂਕਿ ਟੀ ਟਬਿਊਲ ਦਾ ਕੰਮ ਕੀ ਹੈ? ਸਿਗਨਲ ਨੂੰ ਅੱਗੇ ਵੱਲ ਨੂੰ ਸਪਰੈਡ ਕਰਨਾ। ਸੋ ਜਿਹੜੇ ਸਾਰਕੋਪਲਾਜ਼ਮਿਕ ਰੈਟੀਕੂਲਮ ਹੈ ਉਹਦੇ ਵਿੱਚੋਂ ਕੈਲਸ਼ੀਅਮ ਆਇਨ ਰਿਲੀਜ਼ ਹੋਣ ਲੱਗ ਜਾਂਦੇ ਆ। ਠੀਕ ਹੈ। ਫਰਦਰ ਉਹ ਜਿਹੜੇ ਕੈਲਸ਼ੀਅਮ ਆਇਨ ਨੇ, ਤੁਹਾਨੂੰ ਯਾਦ ਆ ਆਪਾਂ ਹੁਣੇ ਐਕਟਿਨ ਦਾ ਸਟਰਕਚਰ ਪੜ੍ਹ ਕੇ ਆਏ, ਐਕਟਿਨ ਤੇ ਮਾਇਓਸਿਨ ਦਾ। ਮੀਨਸ ਅਸੀਂ ਲਾਸਟ ਵੀਡੀਓ ਦੇ ਵਿੱਚ ਐਕਟਿਨ ਤੇ ਮਾਇਓਸਿਨ ਦਾ ਸਟਰਕਚਰ ਪੜ੍ਹਿਆ। ਜਿਹੜਾ ਐਕਟਿਨ ਪ੍ਰੋਟੀਨ ਹੈ ਨਾ, ਜਾਂ ਤੁਹਾਨੂੰ ਯਾਦ ਹੋਣੇ ਮੈਂ ਤੁਹਾਨੂੰ ਦੱਸਿਆ ਸੀ ਕਿ ਐਕਟਿਨ ਪ੍ਰੋਟੀਨ ਦੀ ਜਿਹੜੀ ਐਕਟਿਵ ਸਾਈਟ ਹੁੰਦੀਆਂ ਉਹਨੂੰ ਟ੍ਰੋਪੋਮਾਈਸਿਨ ਤੇ ਟ੍ਰੋਪੋਨਿਨ ਪ੍ਰੋਟੀਨ ਬਲੌਕ ਕਰਕੇ ਰੱਖਦੇ ਆ। ਲੇਕਿਨ ਹੁਣ ਮਸਲ ਕੰਟਰੈਕਟ ਕਰਨ ਲੱਗੀ ਹੈ ਤਾਂ ਮਸਲ ਜਦੋਂ ਕੰਟਰੈਕਟ ਕਰਦੀ ਹੈ, ਆ ਜਿਹੜੇ ਕੈਲਸ਼ੀਅਮ ਆਇਨ ਨੇ ਇਹ ਟ੍ਰੋਪੋਨਿਨ ਤੇ ਟ੍ਰੋਪੋਮਾਇਸਿਨ ਜਿਹੜੇ ਪ੍ਰੋਟੀਨਸ ਨੇ ਉਹਨਾਂ ਨੂੰ ਰਿਮੂਵ ਕਰਾਉਂਦੇ ਆ ਤਾਂ ਕਿ ਤੁਹਾਡੀ ਮਸਲ ਕੰਟਰੈਕਟ ਕਰੇ ਤੇ ਕ੍ਰੋਸ ਬ੍ਰਿਜ ਬਣਾਵੇ। ਮੈਂ ਦੱਸਦੀ ਹੁਣੇ ਕ੍ਰੋਸ ਬ੍ਰਿਜਸ ਕੀ ਹੁੰਦੇ ਆ। ਮਤਲਬ ਤੁਹਾਡੀ ਮਸਲ ਹੁਣ ਕੰਟਰੈਕਟ ਕਰਨ ਜਾ ਰਹੀ ਹੈ ਤਾਂ ਉਹ ਟ੍ਰੋਪੋਮਾਇਸਿਨ ਤੇ ਟ੍ਰੋਪੋਨਿਨ ਜਿਹੜੇ ਪ੍ਰੋਟੀਨ ਨੇ ਉਹਨਾਂ ਦਾ ਹਟਣਾ ਜ਼ਰੂਰੀ ਹੈ, ਕਿਉਂਕਿ ਉਹਨੇ ਐਕਟਿਨ ਫਿਲਾਮੈਂਟ ਦੇ ਜਿਹੜੇ ਐਕਟਿਵ ਸਾਈਟ ਨੇ ਉਹਨਾਂ ਨੂੰ ਕਵਰ ਕਰਕੇ ਰੱਖਿਆ ਸੀ, ਉਹਨਾਂ ਨੂੰ ਹਟਾਉਣਾ ਹੈ। ਠੀਕ ਹੈ ਜੀ। ਸੋ ਥਰਡ ਸਟੈਪ ਆ ਗਿਆ, ਟ੍ਰੋਪੋਨਿਨ ਤੇ ਟ੍ਰੋਪੋਮਾਇਸਿਨ ਰਿਮੂਵ ਹੋ ਗਏ। ਇਹਦਾ ਮਤਲਬ ਰਿਮੂਵ ਹੋਣ ਤੋਂ ਬਾਅਦ ਜਿਹੜੇ ਐਕਟਿਵ ਫਿਲਾਮੈਂਟ ਨੇ ਉਹਨਾਂ ਦੀ ਐਕਟਿਵ ਸਾਈਟ ਐਕਸਪੋਜ਼ ਹੋ ਗਈਆਂ, ਖਾਲੀ ਹੋ ਗਈਆਂ। ਹੁਣ ਕੰਮ ਸ਼ੁਰੂ ਹੋਏਗਾ। ਮੈਂ ਤੁਹਾਨੂੰ ਦਿਖਾਉਂਦੀ ਹੁਣ ਕ੍ਰੋਸ ਬ੍ਰਿਜਸ ਦਾ ਕੀ ਮਤਲਬ ਹੈ। ਕ੍ਰੋਸ ਬ੍ਰਿਜ ਬਣਨ ਜਾ ਰਹੇ ਹੈ। ਸਪੋਜ਼ ਦਿਸ ਇਜ਼ ਮਾਇਓਸਿਨ। ਮੈਂ ਬਹੁਤ ਜ਼ਿਆਦਾ ਡਿਟੇਲ ਨਾਲ ਨਹੀਂ ਬਣਾਇਆ, ਮੈਂ ਤੁਹਾਨੂੰ ਮਾਇਓਸਿਨ ਥਿਕ ਫਿਲਾਮੈਂਟ ਦਿਖਾਤੇ, ਉਹਦੇ ਹੈੱਡ ਦਿਖਾਤੇ। ਸਮਝ ਲਓ ਇਹ ਐਕਟਿਨ ਫਿਲਾਮੈਂਟ ਹੈ। ਆ ਜਿਹੜੀਆਂ ਮੈਂ ਡਿਪਰੈਸ਼ਨਸ ਦਿਖਾਈਆਂ ਇਹਦੀ ਐਕਟਿਵ ਸਾਈਟ ਹੈ। ਜਦੋਂ ਤਾਂ ਇਹ ਬਲੌਕ ਹੁੰਦੀਆਂ ਤਦ ਤਾਂ ਇਹ ਮਸਲ ਰਿਲੈਕਸਡ ਪਈ ਹੈ, ਪਰ ਹੁਣ ਕੀ ਹੋਇਆ? ਸਿਗਨਲ ਮਿਲਿਆ, ਮਸਲ ਨੇ ਕੰਟਰੈਕਟ ਕਰਨਾ। ਤਾਂ ਜਿਹੜੇ ਉਹ ਕੈਲਸ਼ੀਅਮ ਆਇਨ ਨੇ ਉਹ ਇਹਦੇ ਵਿੱਚੋਂ ਦੀ ਜਿਹੜੇ ਅਸੀਂ ਪੜ੍ਹੇ ਸੀ ਟ੍ਰੋਪੋਨਿਨ ਤੇ ਟ੍ਰੋਪੋਮਾਇਸਿਨ ਜਿਹਨੇ ਇਹਨੂੰ ਬਲੌਕ ਕੀਤਾ ਸੀ ਉਹ ਹਟਾ ਕੇ ਲੈ ਜਾਓਗੇ। ਸੋ ਐਕਟਿਵ ਸਾਈਟ ਆਫ ਐਕਟਿਨ ਬਿਕਮਸ ਐਕਟਿਵ ਹੋ ਗਈਆਂ, ਉਹ ਐਕਸਪੋਜ਼ ਹੋ ਗਈਆਂ ਇਹਦੀਆਂ ਐਕਟਿਵ ਸਾਈਟ। ਇੱਕ ਇੱਕ ਕਰਕੇ ਹੋਣਗੀਆਂ, ਸਾਰੀਆਂ ਇਕੱਠੀਆਂ ਨਹੀਂ ਹੋਣਗੀਆਂ। ਫਿਰ ਕੀ ਹੁੰਦਾ? ਇੱਕ ATP, ਤੁਹਾਨੂੰ ਯਾਦ ਹੈ ਨਾ ਮੈਂ ਦੱਸਿਆ ਸੀ ਕਿ ਜਿਹੜੀ ਐਕਟਿਨ ਜਿਹੜਾ ਮਾਇਓਸਿਨ ਦਾ ਹੈੱਡ ਹੈ, ਇਫ ਯੂ ਰਿਮੈਂਬਰ ਹੈੱਡ ਆਫ ਦਾ ਮਾਇਓਸਿਨ ਤੇ ਦੋ ਸਾਈਡ ਸੀ। ਇੱਕ ਸਾਈਡ ਤੇ ਐਕਟਿਨ ਨੇ ਜੁੜਨਾ, ਦੂਸਰੇ ਸਾਈਡ ਤੇ ATP ਜੁੜਦਾ ਤੇ ATP ਉੱਤੇ ਹਾਈਡਰੋਲਾਈਜ਼ ਕਰਦਾ। ਸੋ ਟਾਈਮ ਆ ਗਿਆ ATP ਦੇ ਹਾਈਡਰੋਲਾਈਜ਼ ਕਰਨ ਦਾ। ATP ਨੇ ਹਾਈਡਰੋਲਾਈਜ਼ ਕੀਤਾ, ਐਨਰਜੀ ਰਿਲੀਜ਼ ਹੋਈ। ਐਨਰਜੀ ਨੇ ਹੈਲਪ ਕਰਾਈ ਇਸ ਮਾਇਓਸਿਨ ਹੈੱਡ ਦੀ, ਇਸ ਐਕਟਿਨ ਦੀ ਜਿਹੜੀ ਐਕਟਿਵ ਸਾਈਟ ਹੈ ਉਹਦੇ ਨਾਲ ਉਹ ਕ੍ਰੋਸ ਬ੍ਰਿਜ ਬਣਾ ਲਵੇ। ਕੀ ਬਣਾ ਲੇ? ਕ੍ਰੋਸ ਬ੍ਰਿਜ। ਠੀਕ ਹੈ। ਇਹ ਜਿਹੜੀ ਐਨਰਜੀ ATP ਰਿਲੀਜ਼ ਹੋਣ ਤੋਂ ਬਾਅਦ, ATP ਦੇ ਹਾਈਡਰੋਲਾਈਜ਼ ਹੋਣ ਤੋਂ ਬਾਅਦ ਜਿਹੜੀ ਐਨਰਜੀ ਪੈਦਾ ਹੋਈ ਉਹਨੇ ਦੋ ਕੰਮ ਕਰਨੇ ਆ। ਉਹ ਮੈਂ ਤੁਹਾਨੂੰ ਹੁਣ ਡਿਟੇਲ ਦੇ ਵਿੱਚ ਸਮਝਾਉਂਦੀ ਹਾਂ। ਦੋ ਕੰਮ ਕਿਹੜੇ ਕਰਨੇ ਆ, ਧਿਆਨ ਨਾਲ ਦੇਖੋ। ਇਹ ਮੈਂ ਡਿਟੇਲ ਇੱਕ ਪਿਕਚਰ ਬਣਾਈ ਹੈ। ਆਹ ਮਾਇਓਸਿਨ ਹੈ, ਉਹਦਾ ਇੱਕ ਹੈੱਡ ਹੈ। ਆਹ ਐਕਟਿਨ ਪ੍ਰੋਟੀਨ ਹੈ ਜਿਹੜਾ Z ਲਾਈਨ ਨਾਲ ਜੁੜਿਆ। ਉਹ ਪਹਿਲਾਂ ਤਾਂ ਮੈਂ ਦੇਖੋ 3 ਡਾਟਸ ਬਣਾਏ, ਇਹ ਬਲੌਕ ਹੋਇਆ ਪਿਆ ਵਿਦ ਟ੍ਰੋਪੋਨਿਨ ਐਂਡ ਟ੍ਰੋਪੋਮਾਇਸਿਨ, ਕਿਉਂਕਿ ਤੁਹਾਡੀ ਮਸਲ ਰਿਲੈਕਸਡ ਪਈ ਹੈ। ਫਿਰ ਤੁਹਾਨੂੰ ਸਿਗਨਲ ਆਇਆ ਕਿ ਮਸਲ ਨੂੰ ਸਟਿਮੂਲੇਟ ਕਰਨ ਲਈ ਕਿ ਮਸਲ ਨੇ ਹੁਣ ਕੰਟਰੈਕਟ ਕਰਨਾ ਹੈ। ਕੈਲਸ਼ੀਅਮ ਆਇਨ ਰਿਲੀਜ਼ ਕਰਤੇ। ਕੈਲਸ਼ੀਅਮ ਆਇਨ ਕਿੱਥੋਂ ਰਿਲੀਜ਼ ਹੁੰਦੇ? ਸਾਰਕੋਪਲਾਜ਼ਮਿਕ ਰੈਟੀਕੂਲਮ ਤੋਂ। ਓਕੇ ਜੀ, ਕੈਲਸ਼ੀਅਮ ਆਇਨ ਰਿਲੀਜ਼ ਹੋ ਗਏ। ਕੈਲਸ਼ੀਅਮ ਆਇਨ ਨੇ ਇੱਕ ਸਾਈਡ ਤੋਂ, ਸਾਰਿਆਂ ਤੋਂ ਇਕੱਠੇ ਨਹੀਂ, ਇੱਕ ਸਾਈਡ ਤੋਂ ਟ੍ਰੋਪੋਨਿਨ ਟ੍ਰੋਪੋਮਾਇਸਿਨ ਹਟਾਤਾ। ਜਿੱਦਾਂ ਹੀ ਟ੍ਰੋਪੋਨਿਨ ਟ੍ਰੋਪੋਮਾਇਸਿਨ ਹਟਿਆ, ਐਕਟਿਵ ਸਾਈਟ ਐਕਸਪੋਜ਼ ਹੋ ਗਈ। ਮਾਇਓਸਿਨ ਦਾ ਹੈੱਡ ਐਕਟਿਨ ਦੀ ਐਕਟਿਵ ਸਾਈਟ ਨਾਲ ਦੇਖੋ ਕ੍ਰੋਸ ਬ੍ਰਿਜ ਬਣਾ ਲਿਆ, ਜੁੜ ਗਿਆ ਜੀ। ਹੈੱਡ ਐਕਟ ਐਸ, ਅੱਛਾ ਇੱਕ ਤਾਂ ਇਹਨੇ ਬਣਾ ਲਿਆ ਕ੍ਰੋਸ ਬ੍ਰਿਜ। ਦੂਸਰਾ ਜਿਹੜਾ ਹੈੱਡ ਆ ATPase ਦੀ ਤਰ੍ਹਾਂ ਕੰਮ ਕਰਦਾ। ਮੈਂ ਹੁਣੇ ਦੱਸਾਂਗੀ ਉਹ ਕੀ ਕਰੇਗਾ।
ਇੱਕ ਸਟੈਪ ਕਵਰ ਹੋ ਗਿਆ ਕਿ ਮਾਇਓਸਿਨ ਦਾ ਜਿਹੜਾ ਹੈੱਡ ਹੈ ਤੁਹਾਨੂੰ ਯਾਦ ਹੋਣਾ ਤੇ ਦੋ ਸਾਈਟ ਹੁੰਦੀਆਂ, ਇੱਕ ਤੇ ਤਾਂ ਆ ਕੇ ਐਕਟਿਨ ਜੁੜ ਗਿਆ, ਦੂਸਰੀ ਸਾਈਟ ਕਾਹਦੇ ਲਈ ਸੀ? ਦੂਸਰੀ ਸਾਈਟ ਸੀਗੀ ATP ਨੂੰ ਹਾਈਡਰੋਲਾਈਜ਼, ਜਿੱਥੇ ATP ਜੁੜੇਗਾ ਤੇ ਹਾਈਡਰੋਲਾਈਜ਼ ਹੋਏਗਾ। ਜਦੋਂ ATP ਹਾਈਡਰੋਲਾਈਜ਼ ਹੋ ਗਿਆ એનર્ਜੀ ਪੈਦਾ ਹੋ ਗਈ। એનર્ਜੀ ਦੋ ਤਰੀਕਿਆਂ ਨਾਲ ਯੂਜ਼ ਹੋਏਗੀ। ਪਾਰਟ ਆਫ એનર્ਜੀ ਨੇ ਆਹ ਕ੍ਰੋਸ ਬ੍ਰਿਜ ਬਣਾਉਣ 'ਚ ਹੈਲਪ ਕਰਤੀ, ਕੁਛ એનਰਜੀ ਬਚ ਗਈ। ਹੁਣ ਉਹ એનਰਜੀ ਕਾਹਦੇ ਲਈ ਯੂਜ਼ ਹੋਣ ਲੱਗੀ ਮੈਂ ਤੁਹਾਨੂੰ ਦੱਸਾਂਗੀ। ਦੈਟ એનਰਜੀ ਇਜ਼ ਯੂਜ਼ਡ ਬਾਏ ਦਿਸ ਹੈਡ ਆਫ ਮਾਇਓਸਿਨ ਟੂ ਗਿਵ ਪਾਵਰ ਸਟਰੋਕ। ਹੁਣ ਪਾਵਰ ਸਟਰੋਕ ਕੀ ਹੁੰਦਾ ਜ਼ਰਾ ਧਿਆਨ ਨਾਲ ਸਮਝੋ। ਸਪੋਜ਼ ਦਿਸ ਇਜ਼ ਹੈਡ ਆਫ ਮਾਇਓਸਿਨ, ਆ ਐਕਟਿਨ ਦੇ ਨਾਲ, ਆ ਧਿਆਨ ਨਾਲ ਦੇਖੋ, ਐਕਟਿਨ ਦੀ ਐਕਟਿਵ ਸਾਈਟ ਦੇ ਨਾਲ ਮਾਇਓਸਿਨ ਦੇ ਹੈਡ ਨੇ ਆ ਕ੍ਰੋਸ ਬ੍ਰਿਜ ਬਣਾ ਲਿਆ। ਪੋਜੀਸ਼ਨ ਦੇਖ ਲਓ, ਮਾਇਓਸਿਨ ਹੈਡ ਦੀ ਇਹ ਪੋਜੀਸ਼ਨ ਹੈ, ਇਹ ਐਕਟਿਨ ਦੇ ਐਕਟਿਵ ਸਾਈਟ ਨਾਲ ਕ੍ਰੋਸ ਬ੍ਰਿਜ ਬਣਾ ਲਿਆ। ਪਹਿਲੀ ਗੱਲ, એનર્ਜੀ ਕੁਛ ਇਹਦੇ ਲਈ ਯੂਜ਼ ਹੋ ਗਈ। ਬਾਕੀ એનર્ਜੀ ਇਹਨੂੰ ਪਾਵਰ ਸਟਰੋਕ ਦੇਣ ਲਈ, ਆ ਦੇਖੋ ਲਾਈਕ ਦਿਸ, ਇਹ ਲਾਈਕ ਦਿਸ, ਠੀਕ ਹੈ ਜੀ। ਸੋ ਕੁਛ ਅਮਾਊਂਟ ਆਫ એનર્ਜੀ ਨੇ ਤਾਂ ਇਹਨਾਂ ਦੋਨਾਂ ਦਾ ਕ੍ਰੋਸ ਬ੍ਰਿਜ ਬਣਾਇਆ। ਜਿਹੜੀ ਬਾਕੀ એનર્ਜੀ ਹੈ, ਆ ਦੇਖੋ, ਓਰੀਜਨਲੀ ਮਾਇਓਸਿਨ ਦਾ ਹੈਡ ਇੱਥੇ ਸੀ, ਜਦੋਂ ਪਾਵਰ ਸਟਰੋਕ ਵੱਜਿਆ ਮਾਇਓਸਿਨ ਦਾ ਹੈਡ ਇੱਥੋਂ ਇੱਥੇ ਆਇਆ। ਧਿਆਨ ਨਾਲ ਦੇਖੋ, ਇੱਥੇ ਆਇਆ। ਜਦੋਂ ਮਾਇਓਸਿਨ ਦਾ ਹੈਡ ਇੱਥੋਂ ਇੱਥੇ ਆਇਆ, ਮਾਇਓਸਿਨ ਦੇ ਹੈਡ ਨੇ ਇਹਦੇ ਜਿਹੜਾ ਐਕਟਿਵ ਸਾਈਟ ਉਹਦੇ ਨਾਲ ਜੁੜਿਆ ਪਿਆ ਸੀ ਨਾ, ਕ੍ਰੋਸ ਬ੍ਰਿਜ ਬਣਾਇਆ ਪਿਆ ਸੀ, ਉਹਨੇ ਐਕਟਿਨ ਫਿਲਾਮੈਂਟ ਨੂੰ ਵੀ ਆਪਣੇ ਵੱਲ ਖਿੱਚਿਆ। ਜਦੋਂ ਉਹਨੇ ਐਕਟਿਨ ਫਿਲਾਮੈਂਟ ਨੂੰ ਵੀ ਆਪਣੇ ਵੱਲ ਖਿੱਚਿਆ, ਜ਼ੈਡ ਲਾਈਨ ਵੀ ਥੋੜ੍ਹੀ ਅੰਦਰ ਵੱਲ ਨੂੰ ਆਈ, ਔਰ ਇਹ ਚੀਜ਼ ਦੋਨੋਂ ਸਾਈਡਾਂ ਤੋਂ ਚੱਲ ਰਹੀ ਹੈ। ਦੋਨੋਂ ਸਾਈਡਾਂ ਤੋਂ ਐਕਟਿਨ ਫਿਲਾਮੈਂਟ ਅੰਦਰ ਵੱਲ ਨੂੰ ਆਏ, ਜ਼ੈਡ ਲਾਈਨ ਅੰਦਰ ਵੱਲ ਨੂੰ ਆਈ। ਤੁਸੀਂ ਦੇਖਿਆ, ਇਹਨੂੰ ਕਹਿੰਦੇ ਪਾਵਰ ਸਟਰੋਕ। ਤੇ ਜਦੋਂ ਇਹ ਦੋਨੋਂ ਅੰਦਰ ਵੱਲ ਨੂੰ ਆਈਆਂ ਤਾਂ ਸਾਰਕੋਮੀਅਰ ਛੋਟਾ ਹੋ ਗਿਆ, ਸਾਰਕੋਮੀਅਰ ਸ਼ਾਰਟਨ ਕਰ ਗਿਆ। ਮੈਂ ਦਿਖਾਉਂਦੀ ਹਾਂ ਦੂਸਰੀ ਡਾਇਗਰਾਮ 'ਚ ਸਾਰਕੋਮੀਅਰ ਕਿਵੇਂ ਸ਼ਾਰਟਨ ਕਰਦਾ। ਦੇਖੋ ਸਾਰਕੋਮੀਅਰ ਕਿਵੇਂ ਸ਼ਾਰਟਨ ਕਰਦਾ। ਸੀ ਦਿਸ ਇਜ਼ ਸਾਰਕੋਮੀਅਰ। ਜਦੋਂ ਮਾਇਓਸਿਨ ਦੇ ਹੈਡ ਨੇ ਐਕਟਿਨ ਦੇ ਨਾਲ ਬੌਂਡ ਬਣਾ ਕੇ ਉਹਨੂੰ ਅੰਦਰ ਵੱਲ ਨੂੰ ਦੋਨੋਂ ਤਰਫੋਂ ਖਿੱਚਿਆ, ਦੋਨੋਂ ਤਰਫੋਂ ਦੇ ਖਿੱਚਣ ਦੇ ਨਾਲ ਦੇਖੋ ਐਕਟਿਨ ਦੇ ਫਿਲਾਮੈਂਟ ਅੰਦਰ ਵੱਲ ਨੂੰ ਆਏ, ਸਾਰਕੋਮੀਅਰ ਸ਼ਾਰਟ ਕਰ ਗਿਆ। ਇਹ ਉਦੋਂ ਹੁੰਦਾ ਜਦੋਂ ਤੁਹਾਡੀ ਮਸਲ ਕੰਟਰੈਕਟ ਕਰਦੀ ਹੈ, ਤੇ ਜਦੋਂ ਮਸਲ ਨੇ ਰਿਲੈਕਸ ਕਰਨਾ ਫਿਰ ਦੁਬਾਰਾ ਤੋਂ ਐਕਟਿਨ ਫਿਲਾਮੈਂਟ ਨੇ ਪਰਾਂ ਚਲਾ ਜਾਣਾ। ਹੁੰਦਾ ਕੀ ਹੈ, ਆ ਦੇਖੋ, ਜਦੋਂ ਇਸ ਹੈਡ ਨੇ ਪਾਵਰ ਸਟਰੋਕ ਲਾਇਆ, એનર્ਜੀ ਯੂਜ਼ ਕਰਕੇ ਐਕਟਿਨ ਨੂੰ ਆਪਣੇ ਵੱਲ ਨੂੰ ਅੰਦਰ ਵੱਲ ਨੂੰ ਖਿੱਚਿਆ, ਜ਼ੈਡ ਲਾਈਨ ਵੀ ਅੰਦਰ ਵੱਲ ਨੂੰ ਗਈ। ਉਸ ਤੋਂ ਬਾਅਦ ਜਦੋਂ એનર્ਜੀ ਯੂਜ਼ ਹੋ ਗਈ ਤਾਂ ਉਸ ਤੋਂ ਬਾਅਦ ਆਉਂਦਾ ਰਿਕਵਰੀ ਸਟਰੋਕ। ਮੀਨਸ ਆ ਜਿਹੜਾ ਮਾਇਓਸਿਨ ਹੈ ਉਹਦੇ ਤੋਂ, ਆ ਦੇਖੋ, ਇਹ ਦੇਖੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇੱਥੇ ਗਿਆ। ਰਿਕਵਰੀ ਸਟਰੋਕ ਕੀ ਹੈ, એનર્ਜੀ ਖਤਮ ਹੋ ਗਈ, ਇੰਨੇ ਨੂੰ ਛੱਡਤਾ, ਮਾਇਓਸਿਨ ਦਾ ਹੈਡ ਦੁਬਾਰਾ ਆਪਣੀ ਪੋਜੀਸ਼ਨ 'ਤੇ ਆ ਗਿਆ, ਐਕਟਿਨ ਦੁਬਾਰਾ ਬਾਹਰ ਵੱਲ ਨੂੰ ਚਲਾ ਗਿਆ। ਠੀਕ ਹੈ। ਜਦੋਂ ਮਸਲ ਕੰਟਰੈਕਟ ਹੋਈ ਸੀ, ਤੁਸੀਂ ਸਾਰਿਆਂ ਨੇ ਦੇਖਿਆ ਕਿ ਐਕਟਿਨ ਅੰਦਰ ਵੱਲ ਨੂੰ ਆਏ ਅਤੇ ਸਾਰਕੋਮੀਅਰ ਵੀ ਅੰਦਰ ਵੱਲ ਨੂੰ ਆ ਗਿਆ। ਅਤੇ ਬੱਚੇ, ਜੇ ਮਸਲ ਤੁਹਾਡੀ ਫੁੱਲੀ ਕੰਟਰੈਕਟ ਕਰ ਗਈ ਨਾ, ਤਾਂ ਆ ਦੋਨੋਂ ਜਿਹੜੇ ਐਕਟਿਨ ਤੁਹਾਨੂੰ ਦਿਖਾਈ ਦੇ ਰਹੇ ਆ ਇਸ ਤਰੀਕੇ ਨਾਲ ਇਕੱਠੇ ਜੁੜ ਜਾਂਦੇ ਆ, ਸਾਰਕੋਮੀਅਰ ਬਹੁਤ ਛੋਟਾ ਹੋ ਜਾਂਦਾ। ਆ ਦੇਖੋ, ਇੱਥੇ ਤਾਂ ਅਜੇ ਐਕਟਿਨ ਫਿਲਾਮੈਂਟ 'ਚ ਸਪੇਸ ਹੈ ਨਾ, ਹੋਰ ਮਸਲ ਕੰਟਰੈਕਟ ਹੋਈ ਤਾਂ ਜੁੜ ਜਾਣਗੇ। ਫਿਰ ਜਦੋਂ ਰਿਲੈਕਸ ਹੁੰਦੀ ਹੈ ਫਿਰ ਵਾਪਸ ਨੂੰ ਚਲੇ ਜਾਂਦੇ ਆ। ਯੂ ਸੀ, ਸਾਰਕੋਮੀਅਰ ਜਿਹੜਾ ਹੈ ਉਹ ਸ਼ਾਰਟ ਕਰਦਾ। ਸਮਝ ਲੱਗ ਗਈ। ਅਤੇ ਜਦੋਂ ATP ਦੀ એનર્ਜੀ ਯੂਟੀਲਾਈਜ਼ ਖਤਮ ਹੋ ਜਾਂਦੀ ਹੈ, ਕ੍ਰੋਸ ਬ੍ਰਿਜਿਸ ਬ੍ਰੋਕ ਕਰ ਜਾਂਦੇ ਨੇ, ਮਾਇਓਸਿਨ ਹੈਡ ਦੁਬਾਰਾ ਆਪਣੀ ਓਰੀਜਨਲ ਪੋਜੀਸ਼ਨ 'ਤੇ ਆ ਜਾਂਦਾ ਹੈ, ਅਤੇ ਅਗੇਨ ਫਿਰ ਦੁਬਾਰਾ ਤੋਂ ਆ ਜਿਹੜਾ ਮਾਇਓਸਿਨ ਦਾ ਹੈਡ ਹੈ, ਹੁਣ ਦੂਸਰੀ ਸਾਈਡ, ਇੱਕੋ ਹੀ ਸਾਈਡ ਖਾਲੀ ਹੋਈ ਸੀ ਨਾ, ਹੁਣ ਦੂਸਰੀ ਸਾਈਡ ਖਾਲੀ ਹੋਏਗੀ, ਉਹ ਉਹਦੇ ਨਾਲ ਜੁੜੇਗਾ। ਸੋ ਅਗੇਨ ਐਂਡ ਅਗੇਨ ਫਿਰ એનર્ਜੀ ATP ਹਾਈਡਰੋਲਾਈਜ਼ ਹੋਏਗਾ, ਫਿਰ એનર્ਜੀ ਨਿਕਲੇਗੀ, ਇਹ ਵਾਲਾ ਸਟੈਪ ਫਿਰ ਦੁਬਾਰਾ ਤੋਂ ਰਿਪੀਟ ਹੋਏਗਾ। ਸੋ ਇਸ ਤਰੀਕੇ ਨਾਲ ਮਸਲਸ ਜਿਹੜੇ ਨੇ ਉਹ ਕੰਟਰੈਕਟ ਅਤੇ ਰਿਲੈਕਸ ਕਰਦੇ ਨੇ। ਠੀਕ ਹੈ। ਇੱਕ ਹੋਰ ਇੰਪੋਰਟੈਂਟ ਗੱਲ ਅਸੀਂ ਦੇਖਣ ਵਾਲੀ ਹੈ ਕਿ ਜਦੋਂ ਅਸੀਂ ਦੇਖਿਆ, ਜਦੋਂ ਮਸਲਸ ਨੇ ਕੰਟਰੈਕਟ ਕੀਤਾ, ਇਹ ਦੇਖੋ, ਤੁਸੀਂ ਜੇ ਧਿਆਨ ਨਾਲ ਦੇਖੋ, ਜਦੋਂ ਮਸਲਸ ਨੇ ਕੰਟਰੈਕਟ ਕੀਤਾ, ਅਸੀਂ ਦੇਖਿਆ ਕਿ ਆਹ ਜਿਹੜੇ ਐਕਟਿਨ ਫਿਲਾਮੈਂਟ ਨੇ ਕੋਲ ਆ ਗਏ। ਇਹਦਾ ਮਤਲਬ ਐਕਟਿਨ ਫਿਲਾਮੈਂਟ ਜ਼ੈਡ ਲਾਈਨ ਨਾਲ ਜੁੜੇ ਸੀ। ਜੇ ਐਕਟਿਨ ਫਿਲਾਮੈਂਟ ਕੋਲ ਆਏ, ਜ਼ੈਡ ਲਾਈਨਸ ਵੀ ਕੋਲ ਆਈਆਂ, ਮੀਨਸ ਸਾਰਕੋਮੀਅਰ ਸ਼ਾਰਟਨ ਕਰ ਗਿਆ। ਦੂਸਰੀ ਗੱਲ, ਆਹ ਜਿਹੜਾ ਜ਼ੋਨ ਹੈ ਐਚ ਜ਼ੋਨ ਕਿਹੜਾ ਜ਼ੋਨ ਸੀਗਾ? ਉਹ ਜ਼ੋਨ ਜਿਹੜਾ ਕੱਲਾ ਮਾਇਓਸਿਨ ਦਾ। ਪਰ ਹੁਣ ਪ੍ਰੋਬਲਮ ਕੀ ਆਈ, ਐਕਟਿਨ ਫਿਲਾਮੈਂਟ ਜਦੋਂ ਕੋਲ ਆਏ, ਆਹ ਕੱਲੇ ਮਾਇਓਸਿਨ ਵਾਲਾ ਜ਼ੋਨ ਵੀ ਘਟ ਗਿਆ। ਆ ਦੇਖੋ, ਇਸ ਡਾਇਗਰਾਮ 'ਚ ਤੁਹਾਨੂੰ ਕਲੀਅਰ ਹੋਏਗਾ। ਜਦੋਂ ਐਕਟਿਨ ਫਿਲਾਮੈਂਟ ਕੋਲ ਆਏ, ਆ ਮਾਇਓਸਿਨ, ਕੱਲੇ ਮਾਇਓਸਿਨ ਵਾਲਾ ਜ਼ੋਨ ਇੰਨਾ ਰਹਿ ਗਿਆ। ਵੈਸੇ ਤਾਂ ਮਾਇਓਸਿਨ ਹੈ ਪੂਰਾ, ਪਰ ਇੰਨਾ ਪਾਰਟ ਤਾਂ ਐਕਟਿਨ ਫਿਲਾਮੈਂਟ ਨੇ ਕਵਰ ਕੀਤਾ, ਇਹਨੂੰ ਓਵਰਲੈਪਿੰਗ ਕਹਿੰਦੇ ਆ। ਪਰ ਕੱਲਾ ਮਾਇਓਸਿਨ ਵਾਲਾ ਜਿਹੜਾ ਜ਼ੋਨ ਹੈ ਐਚ ਜ਼ੋਨ, ਉਹ ਪਹਿਲਾਂ ਜ਼ਿਆਦਾ ਸੀ,
ਜਦੋਂ ਮਸਲ ਰਿਲੈਕਸ ਸੀ, ਆ ਦੇਖੋ ਇੰਨਾ, ਤੇ ਜਦੋਂ ਮਸਲ ਕੰਟਰੈਕਟ ਕਰ ਗਈਆਂ ਦੇਖੋ ਕਿੰਨਾ ਰਹਿ ਗਿਆ ਐਚ ਜ਼ੋਨ, ਸ਼ਾਰਟ ਹੋ ਗਿਆ। ਦੈਟ ਮੀਨ ਜਦੋਂ ਤੁਹਾਡੀਆਂ ਮਸਲ ਕੰਟਰੈਕਟ ਕਰਦੀਆਂ ਨੇ ਸਾਰਕੋਮੀਅਰ ਵੀ ਛੋਟਾ ਹੁੰਦਾ, ਐਚ ਜ਼ੋਨ ਵੀ ਛੋਟਾ ਹੁੰਦਾ। ਅੱਛਾ ਇੱਕ ਲਾਸਟ ਚੀਜ਼ ਹੋਰ, ਏ ਬੈਂਡ ਨੂੰ ਕੀ ਫਰਕ ਪੈਂਦਾ? ਏ ਬੈਂਡ ਕੀ ਹੁੰਦਾ? ਏ ਬੈਂਡ ਹੁੰਦਾ ਪੂਰਾ ਮਾਇਓਸਿਨ ਵਾਲਾ ਪਾਰਟ, ਆ ਵਾਲਾ, ਇਹਨੂੰ ਤਾਂ ਕੋਈ ਫਰਕ ਨਹੀਂ ਪੈਣਾ ਨਾ, ਚਾਹੇ ਇਹ ਐਕਟਿਨ ਉੱਪਰ ਆ ਜਾਣ ਪਰਾਂ ਚੱਲ ਜਾਣ, ਉਹ ਉਹਨਾਂ ਦਾ ਉਨਾ ਹੀ ਰਹਿਣਾ। ਏ ਬੈਂਡ ਦੀ ਲੈਂਥ ਸੇਮ ਰਹਿੰਦੀ ਹੈ, ਐਚ ਜ਼ੋਨ ਵੀ ਛੋਟਾ ਹੁੰਦਾ, ਸਾਰਕੋਮੀਅਰ ਵੀ ਛੋਟਾ ਹੁੰਦਾ ਹੈ। ਸੋ ਇਹ ਸੀ ਮਸਲ ਕੰਟਰੈਕਸ਼ਨ ਦੀ ਥਿਓਰੀ, ਦੈਟ ਇਜ਼ ਸਲਾਈਡਿੰਗ ਫਿਲਾਮੈਂਟ ਥਿਓਰੀ। ਤੇ ਬੱਚੇ ਜਦੋਂ ਤੁਹਾਡੀਆਂ ਮਸਲਸ ਕੰਟਰੈਕਟ ਰਿਲੈਕਸ ਕਰਦੀਆਂ ਰਹਿੰਦੀਆਂ ਨਾ, ਤਾਂ ਇੱਕ ਸਮੇਂ ਆਉਂਦਾ, ਬਿਕੋਜ਼ ਸਾਨੂੰ ਪਤਾ ਹੈ ਕਿ ਮਸਲਸ ਨੂੰ ਪ੍ਰੋਪਰ ਓਨੀ, ਕਿਉਂਕਿ ਜਦੋਂ ਬਾਰ-ਬਾਰ ਕੰਟਰੈਕਸ਼ਨ ਰਿਲੈਕਸੇਸ਼ਨ ਹੋ ਰਹੀ, ਓਨੀ ਆਕਸੀਜਨ ਨਹੀਂ ਮਿਲ ਰਹੀ ਮਸਲਸ ਨੂੰ, ਮਸਲਸ ਦੇ ਅੰਦਰ ਲੈਕਟਿਕ ਐਸਿਡ ਇਕੱਠਾ ਹੋ ਜਾਂਦਾ, ਬਿਕੋਜ਼ ਐਨਐਰੋਬਿਕ ਬ੍ਰੇਕਡਾਊਨ ਹੁੰਦੀ ਗਲਾਈਕੋਜਨ ਦੀ, ਕਿਉਂਕਿ ਅੰਦਰ ਆਕਸੀਜਨ ਤਾਂ ਪੂਰੀ ਨਹੀਂ ਪਹੁੰਚ ਰਹੀ ਨਾ। ਸੋ ਐਨਐਰੋਬਿਕ ਆਕਸੀਡੇਸ਼ਨ, ਐਨਐਰੋਬਿਕ ਬ੍ਰੇਕਡਾਊਨ ਹੁੰਦਾ ਗਲਾਈਕੋਜਨ ਦਾ, ਤੇ ਲੈਕਟਿਕ ਐਸਿਡ ਪੈਦਾ ਹੁੰਦਾ। ਲੈਕਟਿਕ ਐਸਿਡ ਦੇ ਮਸਲਸ ਦੇ ਵਿੱਚ ਇਕੱਠਾ ਹੋਣ ਦੇ ਕਾਰਨ ਮਸਲਸ ਫਟੀਗ ਹੋ ਜਾਂਦੀਆਂ, ਥੱਕ ਜਾਂਦੀਆਂ, ਠੀਕ ਹੈ। ਐਂਡ ਇੱਕ ਹੋਰ ਗੱਲ ਇੱਥੇ ਤੁਹਾਨੂੰ ਦੱਸਣ ਵਾਲੀ ਹੈ ਕਿ ਜਿਹੜੀਆਂ ਸਾਡੀਆਂ ਮਸਲਸ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਪਿਗਮੈਂਟ ਹੁੰਦੀ ਮਾਇਓਗਲੋਬਿਨ, ਜਿਵੇਂ ਸਾਡੇ ਬਲੱਡ ਦੇ ਵਿੱਚ ਹੀਮੋਗਲੋਬਿਨ ਹੁੰਦਾ ਨਾ, ਤਿਵੇਂ ਸਾਡੇ ਮਸਲਸ ਦੇ ਵਿੱਚ ਮਾਇਓਗਲੋਬਿਨ ਹੁੰਦੀ ਹੈ। ਕੁਛ ਮਸਲਸ ਦੇ ਵਿੱਚ ਮਾਇਓਗਲੋਬਿਨ ਦਾ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਹੈ, ਇਸ ਕਰਕੇ ਉਹ ਮਸਲਸ ਰੈਡਿਸ਼ ਕਲਰ ਦੀਆਂ ਹੁੰਦੀਆਂ, ਲਾਲ ਰੰਗ ਦੀਆਂ ਹੁੰਦੀਆਂ, ਉਹਨਾਂ ਫਾਈਬਰ ਨੂੰ ਰੈੱਡ ਫਾਈਬਰ ਕਹਿੰਦੇ ਆ। ਤੇ ਉਹਨਾਂ ਦੇ ਵਿੱਚ ਮਾਈਟੋਕੌਂਡਰੀਆ ਵੀ ਬਹੁਤ ਜ਼ਿਆਦਾ ਹੁੰਦੇ ਆ, ਕਿਉਂਕਿ ATP ਵੀ ਵੱਧ ਪੈਦਾ ਹੁੰਦਾ। ਤੇ ਜਿਹੜੀਆਂ ਮਸਲਸ ਦੇ ਵਿੱਚ ਬੱਚੇ ਜਿਹੜਾ ਮਾਇਓਗਲੋਬਿਨ ਘੱਟ ਹੁੰਦਾ, ਉਹ ਕਿਉਂਕਿ ਉਹਨੂੰ ਪਿਗਮੈਂਟ ਘੱਟ ਹੈ ਅਤੇ ਉਹਦਾ ਕਲਰ ਵੀ ਪੇਲ ਔਰ ਵਾਈਟਿਸ਼ ਜਿਹਾ ਦਿਖਾਈ ਦਿੰਦਾ, ਚਿੱਟਾ ਕਹਿ ਲਓ, ਪੀਲਾ ਕਹਿ ਲਓ, ਅਤੇ ਉਹਨਾਂ ਨੂੰ ਵਾਈਟ ਫਾਈਬਰ ਕਹਿੰਦੇ। ਰੈੱਡ ਵਾਲਿਆਂ ਨੂੰ ਰੈੱਡ ਫਾਈਬਰ, ਵਾਈਟ ਵਾਲਿਆਂ ਨੂੰ ਵਾਈਟ ਫਾਈਬਰ। ਉਹਨਾਂ 'ਚ ਮਾਈਟੋਕੌਂਡਰੀਆ ਵੀ ਘੱਟ ਹੁੰਦਾ, ਠੀਕ ਹੈ ਜੀ, ਔਰ ਉਹ ਐਨਐਰੋਬਿਕ ਪ੍ਰੋਸੈਸ ਆਫ ਐਨਰਜੀ 'ਤੇ ਨਿਰਭਰ ਕਰਦੇ ਆ। ਜਦ ਕਿ ਜਿਹੜੇ ਰੈੱਡ ਫਾਈਬਰ ਹੈ ਉਹਨਾਂ ਦੇ ਵਿੱਚ ਮਾਇਓਗਲੋਬਿਨ ਵੀ ਵੱਧ ਹੈ, ਮਾਈਟੋਕੌਂਡਰੀਆ ਵੀ ਵੱਧ ਹੈ, ਐਰੋਬਿਕ ਪ੍ਰੋਸੈਸ ਚੱਲਦਾ ਹੈ। ਸੋ ਦਿਸ ਇਜ਼ ਆਲ ਅਬਾਊਟ ਸਲਾਈਡਿੰਗ ਫਿਲਾਮੈਂਟ ਥਿਓਰੀ, that is the theory of muscle contraction.